गुड मॉर्निंग स्टूडेंट्स। ਅੱਜ ਆਪਾਂ ਨੈਕਸਟ ਕਨਸੈਪਟ ਦੀ ਗੱਲ ਕਰਾਂਗੇ ਜਿਹੜਾ ਹੈ ਸਪਲਾਈ ਆਫ ਮਨੀ, ਪੈਸੇ ਦਾ ਆਦਾਨ ਪ੍ਰਦਾਨ ਕਰਨਾ, ਸਪਲਾਈ ਕਰਨਾ। ਸੋ ਜਨਰਲੀ ਮਨੀ ਸਪਲਾਈ ਮੀਨਸ ਕਰੰਸੀ ਐਂਡ ਡਿਪੋਜ਼ਿਟ ਆਫ ਬੈਂਕਸ ਅਵੇਲੇਬਲ ਵਿਦ ਦ ਪੀਪਲ ਆਫ ਦ ਕੰਟਰੀ। ਮਨੀ ਦਾ ਮਤਲਬ ਕੀ ਹੁੰਦਾ? ਸਪਲਾਈ ਆਫ ਮਨੀ ਮਤਲਬ ਕਰੰਸੀ ਮਤਲਬ ਨੋਟ ਵਗੈਰਾ ਹੋ ਗਏ, ਐਂਡ ਡਿਪੋਜ਼ਿਟ ਕੀ ਹੁੰਦਾ ਹੈ? ਜੋ ਆਪਾਂ ਜਿਹੜੇ ਹੈਗੇ ਆ ਡਿਮਾਂਡ ਡਿਪੋਜ਼ਿਟ, ਜਿੱਦਾਂ ਜੋ ਚੈੱਕ ਵਗੈਰਾ ਲਗਾਉਂਦੇ ਆ ਬੈਂਕਾਂ ਦੇ ਵਿੱਚ, ਠੀਕ ਹੈ, ਉਹ ਅਵੇਲੇਬਲ ਹੋਣ ਇੱਕ ਕੰਟਰੀ ਦੇ ਲੋਕਾਂ ਦੇ, ਠੀਕ ਹੈ। ਜੋ ਕਰੰਸੀ ਆ, ਜੋ ਵੀ ਡਿਪੋਜ਼ਿਟ ਆ ਇੱਕ ਕੰਟਰੀ ਦੇ ਲੋਕਾਂ ਦੇ ਕੋਲ, ਉਹਨੂੰ ਅਸੀਂ ਕੀ ਕਹਿ ਦਿੰਦੇ ਆ? ਸਪਲਾਈ ਆਫ ਮਨੀ ਕਹਿ ਦਿੰਦੇ ਆ। ਇਟ ਇਜ਼ ਸਟਾਕ ਵੇਰੀਏਬਲ। ਇਹ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਹੈਗੇ ਆ ਸਟਾਕ ਮੰਨੇ ਜਾਂਦੇ ਆ, ਅਲੱਗ-ਅਲੱਗ ਤਰ੍ਹਾਂ ਦੀ ਕਰੰਸੀ ਤੇ ਜਾਂ ਡਿਮਾਂਡ ਡਿਪੋਜ਼ਿਟ ਅਲੱਗ-ਅਲੱਗ ਤਰ੍ਹਾਂ ਦੇ ਹੁੰਦੇ ਆ, ਅਤੇ ਜਿਨ੍ਹਾਂ ਨੂੰ ਆਪਾਂ ਮੈਜ਼ਰ ਵੀ ਅਲੱਗ-ਅਲੱਗ ਤਰੀਕਿਆਂ ਨਾਲ ਕਰਦੇ ਹਾਂ। ਬਸ ਉਸ ਤੋਂ ਪਹਿਲਾਂ ਤੁਹਾਨੂੰ ਦੋ ਚੀਜ਼ਾਂ ਕਲੀਅਰ ਹੋਣੀਆਂ ਜ਼ਰੂਰੀ ਆ ਕਿ ਇਨ ਇੰਡੀਆ ਕਰੰਸੀ ਨੋਟਸ ਆਰ ਇਸ਼ੂਡ ਬਾਈ ਰਿਜ਼ਰਵ ਬੈਂਕ ਆਫ ਇੰਡੀਆ, ਜਿਵੇਂ ਕਿ RBI ਆ। ਇੰਡੀਆ ਦੇ ਵਿੱਚ ਕਰੰਸੀ ਨੋਟ ਆ ਜਿਹੜੇ, ਜਿਵੇਂ 10 ਦਾ ਨੋਟ, 20 ਦਾ, 50 ਦਾ, 100 ਦਾ, ਠੀਕ ਹੈ, ਇਸ ਤਰੀਕੇ ਨਾਲ ਨੋਟ ਹੈ ਜਿਹੜੇ, ਇਹ ਇਸ਼ੂ ਕੌਣ ਕਰਦਾ ਹੈ? ਰਿਜ਼ਰਵ ਬੈਂਕ ਆਫ ਇੰਡੀਆ, ਜਿਹੜਾ ਕਿ ਸਾਡਾ ਸੈਂਟਰਲ ਬੈਂਕ ਆ, ਜਿਹਨੂੰ ਅਸੀਂ RBI ਵੀ ਕਹਿ ਦਿੰਦੇ ਹਾਂ। ਐਂਡ 1 ਰੁਪੀ ਨੋਟ ਐਂਡ ਦਾ ਕੁਆਇਨਸ ਆਰ ਇਸ਼ੂਡ ਬਾਈ ਗਵਰਨਮੈਂਟ ਆਫ ਇੰਡੀਆ। 1 ਰੁਪੀ ਨੋਟ ਤੇ ਜਾਂ ਕੁਆਇਨਸ, ਜਿੰਨੇ ਵੀ ਸਿੱਕੇ ਹੁੰਦੇ ਆ, ਉਹ ਕੌਣ ਇਸ਼ੂ ਕਰਦਾ ਹੈ? ਗਵਰਨਮੈਂਟ ਆਫ ਇੰਡੀਆ, ਜਿਵੇਂ ਕਿ ਆਪਣੇ ਮਿਨਿਸਟਰੀ ਆਫ ਫਾਈਨੈਂਸ ਕਹਿ ਸਕਦੇ ਹਾਂ ਆਪਾਂ ਉਹਨੂੰ ਵੀ, ਉਹ ਜਿਹੜੇ ਹੈਗੇ ਇਸ਼ੂ ਕਰਦੇ ਆ। ਇਹ ਦੋ ਗੱਲਾਂ ਤੁਹਾਨੂੰ ਪਤਾ ਹੋਣੀਆਂ ਪਹਿਲਾਂ ਜ਼ਰੂਰੀ ਹੈ। ਸੋ ਹੁਣ ਸਪਲਾਈ ਆਫ ਮਨੀ 'ਤੇ ਆਉਂਦੇ ਆ। ਇਟ ਰੈਫਰ ਟੂ ਟੋਟਲ ਸਟਾਕ ਆਫ ਮਨੀ ਹੈਲਡ ਬਾਈ ਦਾ ਪੀਪਲ ਆਫ ਆ ਕੰਟਰੀ ਐਟ ਆ ਪੁਆਇੰਟ ਆਫ ਵਿਊ। ਸਪਲਾਈ ਆਫ ਮਨੀ ਕੀ ਹੁੰਦਾ? ਵੀ ਟੋਟਲ ਸਟਾਕ ਆਫ ਮਨੀ, ਪੂਰਾ ਪੈਸਾ ਹੈ ਜਿਹੜਾ, ਭਾਵੇਂ ਉਹ ਕਰੰਸੀ ਦੇ ਰੂਪ ਵਿੱਚ ਹੋਵੇ, ਭਾਵੇਂ ਡਿਪੋਜ਼ਿਟ ਦੇ ਰੂਪ ਵਿੱਚ ਹੋਵੇ, ਇੱਕ ਦੇਸ਼ ਦੇ ਲੋਕਾਂ ਦੇ ਕੋਲ ਇੱਕ ਜਿਹੜਾ ਹੈਗਾ ਏ ਟਾਈਮ ਦੇ ਵਿੱਚ ਕਿੰਨਾ ਪੈਸਾ ਏ, ਉਹਨੂੰ ਅਸੀਂ ਸਪਲਾਈ ਆਫ ਮਨੀ ਕਹਿੰਦੇ ਹਾਂ। ਆਈ ਰਿਪੀਟ, ਇੱਕ ਖਾਸ ਟਾਈਮ ਪੀਰੀਅਡ ਦੇ ਵਿੱਚ ਇੱਕ ਦੇਸ਼ ਦੇ ਲੋਕਾਂ ਕੋਲ ਕਿੰਨਾ ਪੈਸਾ ਏ, ਕਿੰਨੀ ਮਨੀ ਹੈ, ਉਹਨੂੰ ਅਸੀਂ ਸਪਲਾਈ ਆਫ ਮਨੀ ਕਹਿ ਦਿੰਦੇ ਹਾਂ। ਸਪਲਾਈ ਆਫ ਮਨੀ ਨੂੰ ਮੈਜਰਮੈਂਟ ਕਰਨ ਦੇ ਵਾਸਤੇ ਕੁਛ ਕੁ ਸਕੇਲ ਹੁੰਦੇ ਆ, ਮਤਲਬ ਕਿ ਜਿੱਦਾਂ ਕਮਰਸ਼ੀਅਲ ਬੈਂਕ ਜਾਂ ਆਪਣੀਆਂ ਬੈਂਕਸ ਹੁੰਦੀਆਂ ਏ, ਉਹਨਾਂ ਦੇ ਕੁਛ ਕੁ ਮੈਜ਼ਰਿੰਗ ਸਕੇਲ ਹੁੰਦੇ ਆ, ਜਿਨ੍ਹਾਂ ਨੂੰ ਅਸੀਂ ਕਿ ਜਿਹੜੇ ਉਹਨਾਂ ਦੇ ਐਜ਼ ਏ ਜਿਹੜਾ ਹੈਗਾ ਸਕੇਲ ਦੇ ਤੌਰ 'ਤੇ ਉਹ ਵਰਤਦੇ ਆ ਇਸ ਸਪਲਾਈ ਆਫ ਮਨੀ ਦੀ ਮੈਜਰਿੰਗ ਦੇ ਵਾਸਤੇ। ਤਾਂ ਉਹ ਕਿਹੜੇ ਸਕੇਲ ਹੁੰਦੇ ਆ? M1, M2, M3 ਐਂਡ M4। M1 ਦੇ ਵਿੱਚ ਕੀ ਹੁੰਦਾ ਹੈ? M1 ਦੇ ਵਿੱਚ ਹੁੰਦਾ ਕਰੰਸੀ ਵਿਦ ਪਬਲਿਕ ਐਂਡ ਡਿਮਾਂਡ ਡਿਪੋਜ਼ਿਟ, ਜਿਹਨੂੰ ਅਸੀਂ DD ਵੀ ਕਹਿ ਦਿੰਦੇ ਹਾਂ, ਪਲੱਸ ਅਦਰ ਡਿਪੋਜ਼ਿਟਸ ਆਫ RBI। M1 ਦੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਰੱਖਿਆ ਜਾਂਦਾ ਹੈ? ਕਰੰਸੀ ਵਿਦ ਪਬਲਿਕ, ਲੋਕਾਂ ਦੀ ਜੋ ਕਰੰਸੀ ਹੈ, ਜੋ ਪੈਸਾ ਹੈ। ਡਿਮਾਂਡ ਡਿਪੋਜ਼ਿਟ, ਜੋ ਕੈਸ਼ ਜੋ ਚੈੱਕ ਵਗੈਰਾ ਲਗਾਏ ਜਾਂਦੇ ਆ, ਆਪਾਂ ਜਿੱਦਾਂ ਕਹਿੰਦੇ ਨਾ ਵੀ ਚੈੱਕ ਵਗੈਰਾ ਵੀ ਆਪਾਂ ਜਿਹੜੇ ਹੈਗੇ ਆ ਵੀ ਬੈਂਕਾਂ ਦੇ ਵਿੱਚ ਲਗਾ ਦਿੰਦੇ ਆ, ਉਹ ਚੀਜ਼। ਅਤੇ ਅਦਰ ਡਿਪੋਜ਼ਿਟ ਆਫ RBI ਦੇ ਜਿੰਨੇ ਵੀ ਹੋਰ ਡਿਪੋਜ਼ਿਟ ਹੁੰਦੇ ਆ, ਉਹਨਾਂ ਨੂੰ M1 ਦੇ ਵਿੱਚ ਰੱਖਿਆ ਜਾਂਦਾ ਹੈ। M2 ਦੇ ਵਿੱਚ M1 ਇੱਕ ਤਾਂ ਸਾਰਾ ਆ ਜਾਣਾ ਹੈ। M1 ਕੀ ਸੀ? ਕਰੰਸੀ ਪਬਲਿਕ ਦੀ, ਡਿਮਾਂਡ ਡਿਪੋਜ਼ਿਟ ਤੇ ਅਦਰ ਡਿਪੋਜ਼ਿਟ ਆਫ RBI, ਉਹ M1 ਸਾਰਾ ਇਹਦੇ ਵਿੱਚ ਆ ਚੁੱਕਿਆ ਹੈ। ਉਸ ਤੋਂ ਬਾਅਦ ਦੂਸਰਾ ਕੀ ਹੈ? ਸੇਵਿੰਗ ਡਿਪੋਜ਼ਿਟ ਵਿਦ ਦਾ ਪੋਸਟ ਆਫਿਸ, ਸੇਵਿੰਗ ਬੈਂਕਸ। ਹੁਣ ਕੁਛ ਕੁ ਲੋਕਾਂ ਦੇ ਕੁਛ ਕੁ ਪੈਸੇ ਆ ਜਿਹੜੇ, ਜਿੱਦਾਂ ਪੋਸਟ ਆਫਿਸ ਦੇ ਵਿੱਚ ਜੋ ਬੈਂਕਾਂ ਹੁੰਦੀਆਂ ਹੈ, ਉੱਥੇ ਵੀ ਉਹਨਾਂ ਦੇ ਸੇਵਿੰਗ ਅਕਾਊਂਟ ਖੁਲਾਏ ਹੁੰਦੇ ਆ, ਤਾਂ ਉੱਥੇ ਵੀ ਉਹਨਾਂ ਦੇ ਪੈਸੇ ਪਏ ਹੁੰਦੇ ਆ। ਤਾਂ M2 ਜੋ ਸਕੇਲ ਹੈ, ਇਸ ਦੇ ਵਿੱਚ ਕੀ ਆ ਜਾਂਦਾ ਹੈ? M2 ਦੇ ਵਿੱਚ M1 ਆਊਗਾ, ਨਾਲ ਜੋ ਪੋਸਟ ਆਫਿਸ ਦੇ ਵਿੱਚ ਡਿਪੋਜ਼ਿਟ ਹੈ ਲੋਕਾਂ ਦਾ, ਉਹ ਆ ਜਾਂਦਾ ਹੈ। M3 ਦੇ ਵਿੱਚ ਕੀ ਹੈ? M2 ਇੱਕ ਤਾਂ ਸਾਰਾ ਆ ਜਾਣਾ ਹੈ। ਹੁਣ ਇਹ 1 ਬਾਏ 1 ਹੀ ਚੱਲਣਗੇ। M1 ਦੇ ਵਿੱਚ ਜੋ ਸੀਗਾ ਉਹ M2 ਦੇ ਵਿੱਚ ਸਾਰਾ ਕੰਪਲੀਟ ਹੋਇਆ, ਪਲੱਸ ਕੁਛ ਨਾਲ ਹੋਰ ਐਡ ਹੋ ਗਿਆ। M3 ਦੇ ਵਿੱਚ M2 ਸਾਰਾ ਕੰਪਲੀਟ ਹੋਊਗਾ, M1 ਵੀ ਹੋਊਗਾ, ਨਾਲ M2, ਮਤਲਬ ਕਿ ਵੀ ਆਹ ਸਾਰੀ ਜੋ ਚੀਜ਼ ਹੈ ਇਹ ਆਉਂਦੀ ਤਾਂ M2 ਦੇ ਅੰਡਰ ਹੀ ਹੈ ਨਾ। ਸੋ ਤਾਂ ਕਰਕੇ M2 ਪੂਰਾ ਹੀ ਇਹਦੇ ਵਿੱਚ ਇਨਕਲੂਡ ਹੋਊਗਾ, ਪਲੱਸ ਕੀ ਹੋਊਗਾ? ਨੈਟ ਟਾਈਮ ਡਿਪੋਜ਼ਿਟ ਆਫ ਬੈਂਕਸ। ਨੈਟ ਟਾਈਮ ਕਿਹਨੂੰ ਆਪਾਂ ਕਹਿੰਦੇ ਆ? ਨੈਟ ਸ਼ੁੱਧ। ਇਹਦੇ ਵਿੱਚੋਂ ਆਪਾਂ ਅਦਰ ਡਿਪੋਜ਼ਿਟ ਆ ਜਿਹੜੇ RBI ਦੇ, ਉਹਨੂੰ ਕੱਟ ਕੇ ਸਿਰਫ ਕੀ ਹੈ? ਕਰੰਸੀ ਵਿਦ ਪਬਲਿਕ ਐਂਡ ਡਿਮਾਂਡ ਡਿਪੋਜ਼ਿਟ। ਨੈਟ ਆਪਾਂ ਉਸ ਚੀਜ਼ ਨੂੰ ਕਹਿੰਦੇ ਹੁੰਦੇ ਜਿਹੜੀ ਸ਼ੁੱਧ ਹੋਵੇ,
ਸ਼ੁੱਧ ਮਤਲਬ ਵੀ ਅਦਰ ਜੋ ਹੈਗੀ ਆ ਖਰਚੇ ਵਗੈਰਾ ਨੈਸ਼ਨਲ ਇਨਕਮ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਵੀ ਅਦਰ ਨੂੰ ਜਿਹੜਾ ਹੈਗਾ ਉਹਦੀ ਡੈਪਰੀਸੀਏਸ਼ਨ ਕਰਕੇ ਉਹਨੂੰ ਕੱਟ ਕੇ ਫੇਰ ਹੀ ਆਪਾਂ ਨੂੰ ਨੈੱਟ ਮਿਲਦੀ ਹੈ, ਸ਼ੁੱਧ ਆਮਦਨ ਮਿਲਦੀ ਹੈ। ਸੋ ਨੈੱਟ ਟਾਈਮ ਡਿਪੋਜ਼ਿਟ ਕੀ ਹੋਇਆ ਇੱਥੇ ਹੁਣ ਨੈੱਟ ਦਾ ਮੀਨਿੰਗ ਉਹੀ ਹੈ, ਬਟ ਆਪਾਂ ਹੋਰ ਸੈਂਸ ਦੇ ਵਿੱਚ ਇਹਨੂੰ ਸਮਝ ਰਹੇ ਹਾਂ। ਨੈੱਟ ਟਾਈਮ ਡਿਪੋਜ਼ਿਟ ਆਫ ਬੈਂਕ ਜੋ ਲੋਕਾਂ ਦੀ ਸ਼ੁੱਧ ਆਮਦਨ ਹੈ, ਅਦਰ ਡਿਪੋਜ਼ਿਟ ਆਫ RBI ਨੂੰ ਕੱਟ ਕੇ ਕਰੰਸੀ ਹੋ ਗਈ ਉਹਨਾਂ ਦੇ ਡਿਮਾਂਡ ਡਿਪੋਜ਼ਿਟ ਹੋ ਗਏ ਜਿਹਨੂੰ ਅਸੀਂ DD ਕਹਿੰਦੇ ਆ, ਉਹ ਇਹਦੇ ਵਿੱਚ ਸ਼ਾਮਲ ਹੁੰਦੇ ਆ, ਪਲੱਸ M2 ਸ਼ਾਮਲ ਹੁੰਦਾ ਹੈ। M4 ਆ ਗਿਆ ਅੱਗੇ। M4 ਦੇ ਵਿੱਚ ਪਹਿਲਾਂ ਤਾਂ ਸਾਰਾ M3 ਇਨਕਲੂਡ ਹੋਊਗਾ, ਠੀਕ ਹੈ। ਉਸ ਤੋਂ ਬਾਅਦ ਆਲ ਟਾਈਪਸ ਆਫ ਡਿਪੋਜ਼ਿਟ ਵਿਦ ਪੋਸਟ ਆਫਿਸ ਦੇ ਥਰੂ ਜਿੰਨਾ ਵੀ ਡਿਪੋਜ਼ਿਟ ਹੋਇਆ ਹੈ, ਜਿੰਨੇ ਵੀ ਟਾਈਪ ਦਾ ਸੀਗਾ ਉਹ ਸਾਰਾ ਇਹਦੇ ਵਿੱਚ ਸ਼ਾਮਲ ਹੋਊਗਾ। ਸੋ ਇਹ 4 ਜੋ ਮੈਜ਼ਰਿੰਗ ਸਕੇਲ ਆ ਜੋ ਕਿ ਬੈਂਕਾਂ ਦੇ ਦੁਆਰਾ ਜਿਹੜੇ ਹੈਗੇ ਆ ਸਪਲਾਈ ਆਫ ਮਨੀ ਨੂੰ ਮੈਜ਼ਰ ਕਰਨ ਵਾਸਤੇ ਵਰਤੇ ਜਾਂਦੇ ਆ। ਵਨ ਮੋਰ ਥਿੰਗ ਕੀ ਹੈ ਇਹਦੇ ਵਿੱਚ, ਆਊਟ ਆਫ these 4 measures of money supply, M1 has the greatest degree of ਯੂਜ਼ੇਬਲ। ਕਹਿੰਦੇ M1 ਸਭ ਤੋਂ ਜ਼ਿਆਦਾ ਜਿਹੜਾ ਹੈਗਾ ਇਹ ਯੂਜ਼ ਕੀਤਾ ਜਾਂਦਾ ਹੈ, ਕਿਉਂਕਿ ਕਰੰਸੀ ਵਿਦ ਪੀਪਲ ਦੀ ਹੁੰਦੀ ਹੈ, ਡਿਮਾਂਡ ਡਿਪੋਜ਼ਿਟ ਹੁੰਦੇ ਆ ਤੇ RBI ਦੇ ਡਿਪੋਜ਼ਿਟ ਹੁੰਦੇ ਆ, ਠੀਕ ਹੈ। ਇਹ ਸਭ ਤੋਂ ਜ਼ਿਆਦਾ ਕਾਮਨ ਹੈ, ਮਤਲਬ ਕਿ ਵੀ M1 ਜੋ ਸਕੇਲ ਹੈ ਇਹ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਯੂਜ਼ ਕੀਤਾ ਜਾਂਦਾ ਹੈ। ਅਦਰ ਮੈਜ਼ਰਸ ਹੈਵ ਲਿਕੁਇਡਿਟੀ ਇਨ ਦਾ ਡਿਸੈਂਡਿੰਗ ਆਰਡਰ ਵਿਦ M4। ਕਹਿੰਦੇ ਬਾਕੀ ਦੇ ਆ ਜਿਹੜੇ ਉਹ ਘੱਟ ਮਾਤਰਾ ਦੇ ਵਿੱਚ ਵਰਤੇ ਜਾਂਦੇ ਆ। M4 ਹੈਵਿੰਗ ਲੋਐਸਟ ਡਿਗਰੀ ਆਫ ਲਿਕੁਇਡਿਟੀ ਦਾ ਇੱਥੇ ਮਤਲਬ ਹੈ ਕਿ ਘੱਟ ਯੂਜ਼ੇਬਲ ਹੋਣਾ, ਤੇ M4 ਹੈ ਜਿਹੜਾ ਸਭ ਤੋਂ ਘੱਟ ਯੂਜ਼ ਕੀਤਾ ਜਾਂਦਾ ਹੈ। ਸੋ ਇਹ ਸੀ ਆਪਣਾ ਸਪਲਾਈ ਆਫ ਮਨੀ। ਇੱਕ ਵਾਰ ਮੈਂ ਫੇਰ ਦੱਸ ਦਿਆਂ ਵੀ ਇੱਕ ਸਾਲ ਦਾ ਟਾਈਮ ਪੀਰੀਅਡ ਦੇ ਵਿੱਚ, ਭਾਵੇਂ ਉਹ ਸਾਲ ਦਾ ਹੋਵੇ ਜਾਂ ਕਿੰਨਾ ਵੀ ਹੋਵੇ, ਇੱਕ ਦੇਸ਼ ਦੇ ਲੋਕਾਂ ਕੋਲ ਕਿੰਨੀ ਮਨੀ ਹੈ ਤਾਂ ਉਸ ਨੂੰ ਅਸੀਂ ਜਿਹੜਾ ਹੈਗਾ ਸਪਲਾਈ ਆਫ ਮਨੀ ਕਹਿ ਦਿੰਦੇ ਹਾਂ। ਇਹਦੇ ਵਿੱਚ ਕਰੰਸੀ ਵੀ ਆਉਂਦੀ ਹੈ ਜਿਸ ਤਰ੍ਹਾਂ ਨੋਟ ਵਗੈਰਾ ਆਉਂਦੇ ਆ, ਤੇ ਡਿਮਾਂਡ ਡਿਪੋਜ਼ਿਟ ਆਉਂਦੇ ਆ ਜਿਹਨੂੰ ਅਸੀਂ DD ਵੀ ਕਹਿੰਦੇ ਆ, ਚੈੱਕ ਵਗੈਰਾ ਆ ਜਾਂਦੇ ਆ।